ਜੂਨ 1984 ਦੀਆਂ ਪਹਿਲੀਆਂ ਤਰੀਕਾਂ ਨੂੰ ਹੀ ਆਪਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਹੋ ਗਈ ਸੀ ਅਤੇ ਵੱਡੀ ਗਿਣਤੀ ਵਿੱਚ ਫੌਜ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਬਾਹਰ ਪਹੁੰਚ ਚੁੱਕੀ ਸੀ। ਫੌਜ ਦੇ ਅਧਿਕਾਰੀ ਜਿਸ ਸਮੇਂ ਬਾਹਰ ਖੜੀ ਫੌਜ ਨਾਲ ਆਪਰੇਸ਼ਨ ਬਾਰੇ ਜਾਣਕਾਰੀਆਂ ਸਾਂਝੀਆਂ ਕਰ ਰਹੇ ਸਨ, ਠੀਕ ਉਸੇ ਵੇਲੇ ਦਰਬਾਰ ਸਾਹਿਬ ਦੇ ਅੰਦਰ ਇੱਕ ਚਿੱਟੇ ਕੱਪੜਿਆਂ ਵਿੱਚ ਚਿੱਟੀ ਦਾੜੀ ਵਾਲਾ ਪਤਲਾ ਜਿਹਾ ਸਰਦਾਰ ਹੱਥਾਂ ਵਿੱਚ ਵਾਕੀ-ਟਾਕੀ ਲੈ ਕੇ ਅੰਦਰ ਲੱਗੇ ਮੋਰਚਿਆਂ ਦਾ ਆਖਰੀ ਜਾਇਜ਼ਾ ਲੈ ਰਿਹਾ ਸੀ ਅਤੇ ਨਾਲ ਹੀ ਮੋਰਚਿਆਂ ਵਿੱਚ ਬੈਠੇ ਲੜਾਕਿਆਂ ਨੂੰ ਗੋਲੀਬਾਰੀ ਦੀਆਂ ਤਕਨੀਕਾਂ ਬਾਰੇ ਸਮਝਾ ਰਿਹਾ ਸੀ। ਇਹ ਸ਼ਖਸ ਕੋਈ ਹੋਰ ਨਹੀਂ ਸੀ ਬਲਕਿ ਭਾਰਤੀ ਫੌਜ ਦਾ ਸਾਬਕਾ ਬ੍ਰਿਗੇਡੀਅਰ ਜਨਰਲ ਸੁਬੇਗ ਸਿੰਘ ਸੀ, ਜਿਸ ਨੇ ਦਰਬਾਰ ਸਾਹਿਬ ਦੇ ਅੰਦਰ ਫੌਜ ਦੇ ਨਾਲ ਦੋ ਹੱਥ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਜਨਰਲ ਸੁਬੇਗ ਸਿੰਘ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਉਹ ਫੌਜ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਨ। ਉਹ ਤਾਂ ਫੌਜ ਦਾ ਵੱਧ ਤੋਂ ਵੱਧ ਨੁਕਸਾਨ ਕਰਨਾ ਚਾਹੁੰਦੇ ਸਨ, ਜਿਸ ਵਿੱਚ ਉਹ ਕਾਫੀ ਹੱਦ ਤੱਕ ਸਫਲ ਵੀ ਰਹੇ। ਅਸਲ ਵਿੱਚ ਜਨਰਲ ਸੁਬੇਗ ਸਿੰਘ ਨੇ ਦੂਜੀ ਵਿਸ਼ਵ ਜੰਗ ਦੇ ਨਾਲ 1948 ਦੇ ਪਾਕਿਸਤਾਨ ਦੇ ਹਮਲੇ, 1962 ਦੀ ਚੀਨ ਨਾਲ ਹੋਈ ਲੜਾਈ, 1965 ਅਤੇ 1971 ਦੀ ਪਾਕਿਸਤਾਨ ਦੀ ਜੰਗ ਵਿੱਚ ਆਪਣੀ ਬਹਾਦਰੀ ਅਤੇ ਜੰਗੀ ਮਹਾਰਤ ਦੇ ਜੌਹਰ ਦਿਖਾਏ ਸਨ। ਇਸ ਤੋਂ ਇਲਾਵਾ 1971 ਵਿੱਚ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਮੁਕਤੀ ਵਾਹਿਨੀ ਨੂੰ ਟ੍ਰੇਨਿੰਗ ਦੇਣ ਦਾ ਕੰਮ ਵੀ ਜਨਰਲ ਸੁਬੇਗ ਸਿੰਘ ਨੇ ਕੀਤਾ ਸੀ। ਜਨਰਲ ਸੁਬੇਗ ਸਿੰਘ ਦੀ ਬਹਾਦਰੀ ਅਤੇ ਜੰਗੀ ਨੁਕਤਿਆਂ ਤੋਂ ਫੌਜ ਦੇ ਅਧਿਕਾਰੀ ਇੰਨਾ ਜ਼ਿਆਦਾ ਪ੍ਰਭਾਵਿਤ ਹੋਏ ਸਨ ਕਿ ਉਹਨਾਂ ਨੂੰ ਲੈਫਟੀਨੈਂਟ ਕਰਨਲ ਤੋਂ ਤਰੱਕੀ ਦੇ ਕੇ ਸਿੱਧਾ ਹੀ ਬ੍ਰਿਗੇਡੀਅਰ ਬਣਾ ਦਿੱਤਾ ਗਿਆ। ਫੌਜ ਵੱਲੋਂ ਉਹਨਾਂ ਨੂੰ ਅਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਬਾਅਦ ਵਿੱਚ ਇਸੇ ਫੌਜ ਦੇ ਅਧਿਕਾਰੀਆਂ ਨੇ ਜਨਰਲ ਸੁਬੇਗ ਸਿੰਘ ਨੂੰ ਉਹਨਾਂ ਦੀ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਤੇ ਵਿੱਤੀ ਗੜਬੜੀਆਂ ਦੇ ਦੋਸ਼ ਲਗਾਉਂਦਿਆਂ ਉਹਨਾਂ ਨੂੰ ਫੌਜ ਤੋਂ ਬਰਖਾਸਤ ਕਰ ਦਿੱਤਾ। ਹਾਲਾਂਕਿ ਅਦਾਲਤ ਨੇ ਬਾਅਦ ਵਿੱਚ ਉਹਨਾਂ ਨੂੰ ਇਹਨਾਂ ਸਾਰੇ ਮਾਮਲਿਆਂ ਚੋਂ ਬਾਇਜ਼ਤ ਬਰੀ ਕਰ ਦਿੱਤਾ ਸੀ, ਪਰੰਤੂ ਜਨਰਲ ਸੁਬੇਗ ਸਿੰਘ ਨੂੰ ਇਸ ਘਟਨਾ ਨੇ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ। ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਬਲੂ ਸਟਾਰ ਆਪਰੇਸ਼ਨ ਤੋਂ ਕੇਵਲ 3 ਮਹੀਨੇ ਪਹਿਲਾਂ ਹੀ ਜਨਰਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਜਾ ਰਲੇ। ਇਸੇ ਦੌਰਾਨ ਫੌਜ ਦੀਆਂ ਵੱਧ ਰਹੀਆਂ ਗਤੀਵਿਧੀਆਂ ਨੂੰ ਦੇਖਦਿਆਂ ਹੋਇਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਦਰਬਾਰ ਸਾਹਿਬ ਵਿੱਚ ਮੋਰਚਾਬੰਦੀ ਦਾ ਕੰਮ ਜਨਰਲ ਸੁਬੇਗ ਸਿੰਘ ਦੇ ਹਵਾਲੇ ਕਰ ਦਿੱਤਾ। ਜਨਰਲ ਸੁਬੇਗ ਸਿੰਘ ਨੇ ਦਰਬਾਰ ਸਾਹਿਬ ਦੇ ਅੰਦਰ ਐਸਾ ਚੱਕਰਵਿਊਹ ਰਚਿਆ ਕਿ ਕੇਵਲ 200-250 ਲੜਾਕਿਆਂ ਤੇ ਹੀ ਕਾਬੂ ਪਾਉਣ ਲਈ ਫੌਜ ਨੂੰ ਟੈਂਕਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। 3 ਜੂਨ ਤੋਂ ਹੀ ਫੌਜ ਨੇ ਬਾਹਰ ਤੋਂ ਹਲਕੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ ਤਾਂ ਜੋ ਅੰਦਰ ਮੋਰਚਿਆਂ ਦੀ ਸਹੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ, ਪਰੰਤੂ ਇਸ ਵਿੱਚ ਫੌਜ ਨੂੰ ਬਹੁਤੀ ਸਫਲਤਾ ਨਾ ਮਿਲੀ। 4 ਜੂਨ ਦੀ ਰਾਤ ਨੂੰ ਵੀ ਦੋਨਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਪਹਿਲੀ ਵਾਰ ਫੌਜ ਵੱਲੋਂ 5 ਜੂਨ ਦੀ ਰਾਤ ਨੂੰ ਇੱਕ ਕਮਾਂਡੋ ਟੁਕੜੀ ਨੂੰ ਅੰਦਰ ਭੇਜਿਆ ਗਿਆ, ਪਰੰਤੂ ਅੰਦਰ ਵੜਨ ਸਾਰ ਹੀ ਉਕਤ ਟੁਕੜੀ ਉੱਤੇ ਭਾਰੀ ਗੋਲੀਬਾਰੀ ਹੋਈ ਅਤੇ ਫੌਜ ਦੇ ਕਈ ਜਵਾਨ ਮਾਰੇ ਗਏ ਜਾਂ ਜ਼ਖਮੀ ਹੋ ਗਏ। ਅਸਲ ਵਿੱਚ ਫੌਜ ਦਾ ਮੰਨਣਾ ਸੀ ਕਿ ਇਸ ਆਪਰੇਸ਼ਨ ਨੂੰ 2 ਘੰਟਿਆਂ ਵਿੱਚ ਹੀ ਮੁਕੰਮਲ ਕਰ ਲਿਆ ਜਾਵੇਗਾ, ਪਰੰਤੂ ਜਨਰਲ ਸੁਬੇਗ ਸਿੰਘ ਦੀ ਜ਼ਬਰਦਸਤ ਮੋਰਚਾਬੰਦੀ ਨੇ ਫੌਜ ਦਾ ਇਹ ਭੁਲੇਖਾ ਪਹਿਲੇ ਹੱਲੇ ਹੀ ਦੂਰ ਕਰ ਦਿੱਤਾ। ਇਸ ਹਮਲੇ ਨਾਲ ਫੌਜ ਨੂੰ ਅੰਦਰ ਲੱਗੇ ਮੋਰਚਿਆਂ ਅਤੇ ਹਥਿਆਰਾਂ ਬਾਰੇ ਕਾਫੀ ਅੰਦਾਜ਼ਾ ਹੋ ਗਿਆ ਸੀ, ਜਿਸ ਕਾਰਨ ਉਹਨਾਂ ਨੂੰ ਆਪਣੀ ਰਣਨੀਤੀ ਬਦਲਣੀ ਪਈ। ਆਪਰੇਸ਼ਨ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਨੇ ਬਾਅਦ ਵਿੱਚ ਆਪਣੀ ਕਿਤਾਬ ਵਿੱਚ ਲਿਖਿਆ ਕਿ ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਫੌਜ ਦੀ ਸੋਚ ਤੋਂ ਬਹੁਤ ਜ਼ਿਆਦਾ ਬਿਹਤਰੀਨ ਢੰਗ ਨਾਲ ਕੀਤੀ ਗਈ ਸੀ। ਫੌਜ ਨੂੰ ਅੰਦਰ ਲੜਾਕਿਆਂ ਕੋਲ ਮੌਜੂਦ ਹਥਿਆਰਾਂ ਦੀ ਵੀ ਸਹੀ ਜਾਣਕਾਰੀ ਨਹੀਂ ਸੀ, ਜਿਸ ਕਾਰਨ ਫੌਜ ਨੂੰ ਕੁਝ ਨੁਕਸਾਨ ਵੀ ਝੱਲਣਾ ਪਿਆ। ਆਪਰੇਸ਼ਨ ਵਿੱਚ ਸ਼ਾਮਲ ਰਹੇ ਫੌਜ ਦੇ ਅਧਿਕਾਰੀ ਅਤੇ ਬਾਅਦ ਵਿੱਚ ਫੌਜ ਮੁਖੀ ਬਣੇ ਜਨਰਲ ਵੀਕੇ ਸਿੰਘ ਨੇ ਵੀ ਆਪਣੀ ਆਤਮ ਕਥਾ ਵਿੱਚ ਲਿਖਿਆ ਕਿ ਜਨਰਲ ਸੁਬੇਗ ਸਿੰਘ ਘੱਟ ਤੋਂ ਘੱਟ ਹਥਿਆਰਾਂ ਨਾਲ ਫੌਜ ਦਾ ਵੱਧ ਤੋਂ ਵੱਧ ਨੁਕਸਾਨ ਕਰਨਾ ਚਾਹੁੰਦਾ ਸੀ। ਉਸਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਾਲੇ ਅੱਧੇ ਹਿੱਸੇ ਨੂੰ ਪੂਰੀ ਤਰ੍ਹਾਂ ਹਥਿਆਰਾਂ ਦੀ ਮਾਰ ਹੇਠ ਰੱਖਿਆ ਹੋਇਆ ਸੀ। ਫੌਜ ਕਿਸੇ ਵੀ ਤਰ੍ਹਾਂ ਲੁੱਕ ਕੇ ਅੰਦਰ ਦਾਖਲ ਨਹੀਂ ਸੀ ਹੋ ਸਕਦੀ। ਦਰਬਾਰ ਸਾਹਿਬ ਦੇ ਅੰਦਰ ਬੋਰੀਆਂ ਲਗਾ ਕੇ ਬੜੇ ਭਾਰੀ ਮੋਰਚੇ ਤਿਆਰ ਕੀਤੇ ਗਏ ਸਨ। ਇਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਨਾਲ ਲੱਗਦੀਆਂ ਕੁਝ ਇਮਾਰਤਾਂ ਤੇ ਵੀ ਮੋਰਚਾਬੰਦੀ ਕੀਤੀ ਗਈ ਸੀ। ਇਹੀ ਨਹੀਂ, ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਪਾਣੀ ਦੀ ਨਿਕਾਸੀ ਵਾਲੇ ਸਿਸਟਮ ਵਿੱਚ ਬਿਲਕੁਲ ਫਰਸ਼ ਦੇ ਲੈਵਲ ਤੇ ਵੀ ਭਾਰੀ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਸਨ ਤਾਂ ਜੋ ਅੰਦਰ ਆਉਣ ਵਾਲੀਆਂ ਫੌਜੀ ਟੁਕੜੀਆਂ ਦੇ ਪੈਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਇਨ੍ਹਾਂ ਜ਼ਮੀਨੀ ਮੋਰਚਿਆਂ ਨੇ ਫੌਜ ਦੇ ਪੈਰ ਉਖਾੜ ਦਿੱਤੇ ਅਤੇ ਕਾਫੀ ਨੁਕਸਾਨ ਕੀਤਾ। ਇਨ੍ਹਾਂ ਮੋਰਚਿਆਂ ਨੇ ਫੌਜ ਦੇ ਰੇਂਗ ਕੇ ਅੰਦਰ ਜਾਣ ਦੇ ਵਿਕਲਪ ਨੂੰ ਵੀ ਨਾਕਾਮ ਕਰ ਦਿੱਤਾ। ਇਸ ਕਾਰਨ ਹੀ ਫੌਜ ਲੰਮੇ ਸਮੇਂ ਤੱਕ ਦਰਬਾਰ ਸਾਹਿਬ ਦੇ ਅੰਦਰ ਵੜਨ ਵਿੱਚ ਸਫਲ ਨਹੀਂ ਹੋ ਸਕੀ। ਅਸਲ ਵਿੱਚ ਜਨਰਲ ਸੁਬੇਗ
ਸਿੰਘ ਨੇ ਆਪਣੀ ਜੰਗੀ ਕਲਾ ਨੂੰ ਵਰਤਦਿਆਂ ਇੱਕ ਕਿਲਿੰਗ ਗਰਾਊਂਡ ਤਿਆਰ ਕੀਤਾ ਸੀ, ਜਿਸ ਦਾ ਖਮਿਆਜ਼ਾ ਫੌਜ ਨੂੰ ਭੁਗਤਣਾ ਪਿਆ। ਸੀਨੀਅਰ ਪੱਤਰਕਾਰ ਅਸ਼ੋਕ ਗੁਪਤਾ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਕਿ ਭਾਰਤੀ ਫੌਜ ਦੇ ਜਨਰਲਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਦੀ ਲੜਾਈ ਇੱਕ ਅਜਿਹੇ ਸ਼ਖਸ ਨਾਲ ਹੈ ਜੋ ਉਹਨਾਂ ਵਿੱਚੋਂ ਹੀ ਇੱਕ ਹੈ। ਜੇਕਰ ਉਹ ਉਹਨਾਂ ਤੋਂ ਵੱਧ ਨਹੀਂ ਹੈ ਤਾਂ ਘੱਟੋ ਘੱਟ ਉਹ ਉਹਨਾਂ ਦੇ ਬਰਾਬਰ ਜ਼ਰੂਰ ਹੈ। 5 ਅਤੇ 6 ਜੂਨ ਦੀ ਰਾਤ ਨੂੰ ਦੋਹਾਂ ਪਾਸਿਆਂ ਤੋਂ ਆਖਰੀ ਗਹਿ ਗੱਚ ਲੜਾਈ ਹੋਈ। ਪਹਿਲਾਂ ਬਖਤਰਬੰਦ ਗੱਡੀਆਂ ਨੂੰ ਪ੍ਰਕਰਮਾਂ ਵਿੱਚ ਵਾੜਿਆ ਗਿਆ, ਜਿਨ੍ਹਾਂ ਨੂੰ ਲੜਾਕਿਆਂ ਨੇ ਰਾਕਟ ਲਾਂਚਰ ਨਾਲ ਉਡਾ ਦਿੱਤਾ। ਇਸ ਤੋਂ ਬਾਅਦ ਹੀ ਅਕਾਲ ਤਖਤ ਵੱਲੋਂ ਆ ਰਹੀ ਭਾਰੀ ਗੋਲੀਬਾਰੀ ਨੂੰ ਰੋਕਣ ਲਈ ਪ੍ਰਕਰਮਾਂ ਵਿੱਚ ਇੱਕ ਤੋਂ ਬਾਅਦ ਇੱਕ 3 ਟੈਂਕ ਵਾੜੇ ਗਏ। ਟੈਂਕਾਂ ਨੇ ਲਗਭਗ 2 ਘੰਟਿਆਂ ਤੱਕ ਅਕਾਲ ਤਖਤ ਅਤੇ ਨਜ਼ਦੀਕੀ ਮੋਰਚਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੇ ਦਾਗੇ, ਜਿਸ ਨਾਲ ਸਾਰੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਤਹਿਖਾਨਾ ਵੀ ਥੱਲੇ ਦੱਬ ਗਿਆ। ਟੈਂਕਾਂ ਦੇ ਹਮਲੇ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਵਾਲੇ ਪਾਸੇ ਮੋਰਚਿਆਂ ਤੋਂ ਗੋਲੀਬਾਰੀ ਕਾਫੀ ਘਟ ਗਈ ਤਾਂ ਟੈਂਕਾਂ ਦਾ ਸਹਾਰਾ ਲੈ ਕੇ ਫੌਜ ਵੀ ਅੰਦਰ ਵੜੀ। ਇਸ ਤੋਂ ਬਾਅਦ ਫੌਜ ਦਾ ਪੂਰੇ ਦਰਬਾਰ ਸਾਹਿਬ ਕੰਪਲੈਕਸ ਤੇ ਕਬਜ਼ਾ ਹੋ ਗਿਆ। ਪੂਰੇ ਆਪਰੇਸ਼ਨ ਦੌਰਾਨ 4 ਅਧਿਕਾਰੀਆਂ ਸਣੇ ਫੌਜ ਦੇ 83 ਜਵਾਨਾਂ ਨੂੰ ਜਾਨ ਗਵਾਉਣੀ ਪਈ। ਇਸ ਤੋਂ ਇਲਾਵਾ 285 ਫੌਜੀ ਅਤੇ ਅਫਸਰ ਜ਼ਖਮੀ ਹੋਏ। ਇਸ ਦੇ ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸੁਬੇਗ ਸਿੰਘ ਸਣੇ ਕੁੱਲ 492 ਲੋਕਾਂ ਦੀ ਮੌਤ ਹੋਈ, ਜਿਸ ਵਿੱਚ ਕੁਝ ਸ਼ਰਧਾਲੂ ਵੀ ਸ਼ਾਮਲ ਦੱਸੇ ਜਾਂਦੇ ਹਨ। ਜਨਰਲ ਸੁਬੇਗ ਸਿੰਘ ਦੀ ਲਾਸ਼ ਸ੍ਰੀ ਅਕਾਲ ਤਖਤ ਸਾਹਿਬ ਦੇ ਤਹਿਖਾਨੇ ਵਿੱਚੋਂ ਬਰਾਮਦ ਹੋਈ। ਮਰਨ ਵੇਲੇ ਵੀ ਉਹਨਾਂ ਦੇ ਹੱਥ ਵਿੱਚ ਕਾਰਬਾਈਨ ਸੀ ਅਤੇ ਨਜ਼ਦੀਕ ਹੀ ਉਹਨਾਂ ਦਾ ਵਾਕੀ ਟਾਕੀ ਪਿਆ ਹੋਇਆ ਸੀ। ਬਾਅਦ ਵਿੱਚ ਫੌਜ ਨੇ ਉਹਨਾਂ ਦੀ ਲਾਸ਼ ਨੂੰ ਬਾਹਰ ਨਿਸ਼ਾਨ ਸਾਹਿਬ ਦੇ ਕੋਲ ਸੰਤ ਭਿੰਡਰਾਂਵਾਲਿਆਂ ਤੇ ਅਮਰੀਕ ਸਿੰਘ ਦੀਆਂ ਲਾਸ਼ਾਂ ਕੋਲ ਲਿਆਂਦਾ ਗਿਆ, ਜਿੱਥੇ ਜਨਰਲ ਦੇ ਭਰਾ ਨੇ ਪਹੁੰਚ ਕੇ ਉਹਨਾਂ ਦੀ ਸ਼ਨਾਖਤ ਕੀਤੀ। ਹਾਲਾਂਕਿ ਜਨਰਲ ਦੀ ਲਾਸ਼ ਉਹਨਾਂ ਦੇ ਵਾਰਸਾਂ ਨੂੰ ਨਹੀਂ ਸੌਂਪੀ ਗਈ ਅਤੇ ਕਿਸੇ ਅਣਦੱਸੀ ਥਾਂ ਤੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਨਰਲ ਸੁਬੇਗ ਸਿੰਘ ਇੱਕ ਅਜਿਹਾ ਇਨਸਾਨ ਸੀ ਜੋ ਸਾਰੀ ਉਮਰ ਆਪਣੀ ਜਾਨ ਤਲੀ ਤੇ ਧਰ ਕੇ ਜਿੱਥੇ ਦੇਸ਼ ਲਈ ਲੜਿਆ, ਉੱਥੇ ਹੀ ਉਸਨੇ ਆਪਣੀ ਆਖਰੀ ਲੜਾਈ ਦੇਸ਼ ਦੇ ਖਿਲਾਫ ਵੀ ਉਸੇ ਸ਼ਿੱਦਤ ਨਾਲ ਲੜੀ। ਬੇਸ਼ੱਕ ਇਸ ਲੜਾਈ ਦੀ ਕੀਮਤ ਉਸ ਨੂੰ ਆਪਣੀ ਜਾਨ ਵਾਰ ਕੇ ਚੁਕਾਉਣੀ ਪਈ।